ਹੈਲੋ एवरीवन स्वागत है जी ਤੁਹਾਡਾ ਸਿਗਮਾ ਕਲਾਸਿਸ ਪੀਬੀ 61 ਦੇ ਉੱਪਰ। ਜੇਕਰ ਇਸ ਚੈਨਲ ਤੇ ਤੁਸੀਂ ਨਵੇਂ ਹੋ ਤੁਸੀਂ ਇਸ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਫॉर ਦੀ ਪ੍ਰੈਪਰੇਸ਼ਨ ਆਫ ਮਾਸਟਰ ਇਨ ਜ਼ੂਲੌਜੀ ਐਂਡ ਬੋਟਨੀ। ਆਪਣਾ ਕਾਮਨ ਜਿਹਾ ਟੌਪਿਕ ਚੱਲ ਰਿਹਾ, ਪਹਿਲਾਂ ਆਪਾਂ ਜ਼ੂਲੌਜੀ ਦੇ ਕੁਝ ਪਾਰਟ ਕੀਤੇ ਆ, ਹੁਣ ਆਪਾਂ ਬੋਟਨੀ ਸਟਾਰਟ ਕਰਤੀ ਆ, ਠੀਕ ਹੈ ਜੀ। ਬਿਕੋਜ਼ ਮੇਰਾ ਦੋਨੋਂ ਸਟੂਡੈਂਟ ਐਡ ਹੈਗੇ ਆ। ਤੁਹਾਡੇ ਨੋਟਸ ਇਸ ਚੈਪਟਰ ਦੇ ਮੋਰਫੋਲੋਜੀ ਆਫ ਫਲਾਵਰਿੰਗ ਪਲਾਂਟ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਂ ਤੁਹਾਨੂੰ PDF ਸੈਂਡ ਕਰ ਚੁੱਕੀ ਹਾਂ। ਮੇਰੇ ਹੈਂਡਮੇਡ ਨੋਟਸ ਹੈਗੇ ਆ, ਸੋ ਜਿਸ ਨੇ ਵੀ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਨਹੀਂ ਕਰਿਆ ਸੋ ਤੁਸੀਂ ਕਰ ਸਕਦੇ ਹੋ ਜੀ। ਓਕੇ, ਵਿਦਆਊਟ ਐਨੀ ਡਿਲੇ ਆਪਾਂ ਕੁਐਸਚਨ ਸਟਾਰਟ ਕਰਦੇ ਹਾਂ। ਦੇਖੋ ਜੀ, ਕਹਿੰਦੇ ਆ ਕਿ ਰੈਡਿਸ਼ ਇਜ਼ ਐਨ ਐਗਜ਼ਾਮਪਲ ਆਫ, ਜੋ ਤੁਹਾਡੀ ਰੈਡਿਸ਼ ਹੈਗੀ ਆ ਉਹ ਕਿਹਦੀ ਐਗਜ਼ਾਮਪਲ ਹੈਗੀ ਆ? ਫਿਊਜ਼ੀਫਾਰਮ ਰੂਟ, ਨੈਪੀਫਾਰਮ ਰੂਟ, ਕੌਨਿਕਲ ਰੂਟ ਜਾਂ ਫਿਰ ਟੂਬਰੋਸਲ ਰੂਟ। ਦੇਖੋ ਜੀ, ਜੋ ਤੁਹਾਡੀ ਰੈਡਿਸ਼ ਹੈਗੀ ਆ ਉਹ ਐਗਜ਼ਾਮਪਲ ਹੈਗੀ ਹੈ ਜੀ ਤੁਹਾਡੀ ਫਿਊਜ਼ੀਫਾਰਮ ਦੀ, ਠੀਕ ਹੈ ਜੀ। ਰੈਡਿਸ਼ ਤੁਹਾਡੀ ਕਿਹਦੀ ਐਗਜ਼ਾਮਪਲ ਹੈਗੀ ਹੈ ਜੀ? ਫਿਊਜ਼ੀਫਾਰਮ ਰੂਟ ਦੀ ਐਗਜ਼ਾਮਪਲ ਆ। ਓਕੇ ਜੀ। ਦੇਖੋ ਜੀ, ਜਿਹੜੀ ਨੈਪੀਫਾਰਮ ਹੁੰਦੀ ਆ ਉਹ ਤੁਹਾਡਾ ਟਰਨਿਪ ਹੋ ਗਿਆ, ਸ਼ੂਗਰ ਬੀਟ ਹੋ ਗਿਆ, ਉਹ ਹੁੰਦੇ ਆ। ਟੂਬਰੋਸਲ ਰੂਟ ਤੁਹਾਡੇ ਮਿਰਾਬਿਲਿਸ ਹੋ ਗਿਆ, ਐਂਡ ਜਿਹੜੀ ਕੌਨਿਕਲ ਰੂਟ ਹੋ ਗਈ ਤੁਹਾਡੀ ਕੈਰਟ ਵਗੈਰਾ ਹੋ ਗਈ, ਠੀਕ ਹੈ ਜੀ। ਹੁਣ ਦੇਖੋ, ਰੂਟਸ ਐਸੋਸੀਏਟਡ ਵਿਦ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ। ਫਿਊਜ਼ੀਫਾਰਮ ਰੂਟਸ, ਨੈਪੀਫਾਰਮ ਰੂਟ, ਨੋਡੂਲੇਟਿਡ ਰੂਟਸ ਜਾਂ ਫਿਰ ਕੌਨਿਕਲ ਰੂਟਸ। ਦੇਖੋ ਜੀ, ਜੋ ਨਾਈਟ੍ਰੋਜਨ ਫਿਕਸਨ ਵਿੱਚ ਹੈਲਪ ਕਰਦੀਆਂ ਤੁਹਾਡੀਆਂ ਰੂਟਸ ਉਹ ਹੁੰਦੀਆਂ ਜੀ ਨੋਡੂਲੇਟਿਡ ਰੂਟ। ਓਕੇ, ਕਿਹੜੀਆਂ ਰੂਟਸ ਹੁੰਦੀਆਂ? ਨੋਡੂਲੇਟਿਡ ਰੂਟ। ਫਿਊਜ਼ੀਫਾਰਮ, ਨੈਪੀਫਾਰਮ, ਕੌਨਿਕਲ ਇਹ ਸਟੋਰੇਜ ਦਾ ਕੰਮ ਕਰਦੇ ਆ, ਠੀਕ ਹੈ ਜੀ। ਫੂਡ ਸਟੋਰੇਜ ਦਾ ਕੰਮ ਕਰਦੇ ਆ। ਨੈਕਸਟ ਕੁਐਸਚਨ ਦੇਖੋ, ਦ ਐਡੀਬਲ ਪਾਰਟ ਆਫ ਦਾ ਟਰਨਿਪ ਇਜ਼, ਜੋ ਐਡੀਬਲ ਪਾਰਟ ਹੈਗਾ ਮਤਲਬ ਜੋ ਆਪਾਂ ਖਾ ਸਕਦੇ ਹਾਂ ਟਰਨਿਪ ਦਾ ਪਾਰਟ, ਉਹ ਕੀ ਹੁੰਦਾ? ਮੋਡੀਫਾਈਡ ਐਡਵੈਂਟੀਸ਼ੀਅਸ ਰੂਟ ਹੁੰਦੀ ਆ, ਮੋਡੀਫਾਈਡ ਟੈਪ ਰੂਟ ਹੁੰਦੀ ਆ, ਜਾਂ ਫਿਰ ਅੰਡਰਗਰਾਉਂਡ ਸਟੈਂਪ ਹੁੰਦਾ, ਜਾਂ ਫਿਰ ਕੱਲਾ ਸਟੈਂਪ ਹੁੰਦਾ। ਦੇਖੋ, ਜੋ ਆਪਾਂ ਪਾਰਟ ਖਾਂਦੇ ਆ ਜੀ ਟਰਨਿਪ ਦਾ, ਠੀਕ ਹੈ ਜੀ, ਜੋ ਆਪਾਂ ਪਾਰਟ ਖਾਂਦੇ ਆ ਜੀ ਟਰਨਿਪ ਦਾ ਉਹ ਥੋੜਾ ਹੁੰਦਾ ਆ ਮੋਡੀਫਾਈਡ ਟੈਪ ਰੂਟ। ਓਕੇ ਜੀ, ਕੀ ਹੁੰਦੀ? ਮੋਡੀਫਾਈਡ ਟੈਪ ਰੂਟ। ਡਨ, ਮਤਲਬ ਮੇਨ ਰੂਟ ਹੁੰਦੀ ਹੈ ਜਿਹੜੀ, ਠੀਕ ਹੈ ਜੀ। ਹੁਣ ਕਹਿੰਦੇ ਕਿ ਵਿਚ ਮੋਡੀਫਿਕੇਸ਼ਨ ਆਫ ਦ ਰੂਟ ਦੈਟ ਡਜ਼ ਨੋਟ ਸਟੋਰ ਫੂਡ, ਠੀਕ ਹੈ ਜੀ, ਕਿਉਂਕਿ ਇਹਨਾਂ 'ਚ ਕਿਹੜੀ ਮੋਡੀਫਿਕੇਸ਼ਨ ਹੈਗੀ ਜੋ ਕਿ ਫੂਡ ਨੂੰ ਸਟੋਰ ਨਹੀਂ ਕਰਦੀ। ਦੇਖੋ ਜੀ, ਨੈਪੀਫਾਰਮ, ਫਿਊਜ਼ੀਫਾਰਮ, ਟੂਬਰੋਸਲ ਰੂਟ ਇਹ ਤਾਂ ਫੂਡ ਨੂੰ ਸਟੋਰ ਕਰਦੀਆਂ, ਬਟ ਥੋੜੀ ਸਟਿਲਟ ਰੂਟ ਜਿਹੜੀ ਫੂਡ ਨੂੰ ਸਟੋਰ ਨਹੀਂ ਕਰਦੇ, ਇਹ ਸਪੋਰਟ ਪ੍ਰੋਵਾਈਡ ਕਰਦੀ, ਠੀਕ ਹੈ ਜੀ। ਫਿਰ ਥੋੜੀ ਡਿਫਰੈਂਟ ਕਿਹੜੀ ਹੋਗੀ? ਉਹ ਹੋਗੀ 4th ਨੰਬਰ ਵਾਲੀ। ਓਕੇ, ਉਹ ਕਿਹੜੀ ਹੋਗੀ ਜੀ? 4th ਨੰਬਰ ਵਾਲੀ। ਨਾਓ ਕਮ ਟੂ ਆਵਰ ਨੈਕਸਟ ਕੁਐਸਚਨ ਵਿਚ ਇਜ਼ wait sorry देखो जी, शूट सिस्टम डिवेलप फ्रॉम, ਜਿਹੜਾ शूट सिस्टम ਹੁੰਦਾ ਉਹ ਕਿੱਥੋਂ ਡਿਵੈਲਪ ਹੁੰਦਾ? ਪਹਿਲਾਂ ਮੂਲ ਤੋਂ ਡਿਵੈਲਪ ਹੁੰਦਾ, ਰੈਡੀਕਲ ਤੋਂ ਡਿਵੈਲਪ ਹੁੰਦਾ, ਬੋਥ 1 and 2 ਤੋਂ ਹੁੰਦਾ, ਜਾਂ ਫਿਰ ਐਂਡੋਸਪਰਮ। ਦੇਖੋ ਰਾਜਾ, ਤੁਹਾਨੂੰ ਦੱਸਦਾ ਆਹ ਐਮਬ੍ਰਿਓ ਦੀ ਸਟਰਕਚਰ ਆ, ਠੀਕ ਹੈ ਜੀ। ਐਮਬ੍ਰਿਓ ਦੀ ਸਟਰਕਚਰ ਆ, ਇਹਦੇ ਵਿੱਚ ਦੋ ਸਟਰਕਚਰਸ ਨਿਕਲਦੀਆਂ। ਉੱਪਰ ਵਾਲਾ ਹੁੰਦਾ ਜੀ ਤੁਹਾਡਾ ਪਲੂਮਲ, ਓਕੇ। ਨੀਚੇ ਵੱਲ ਕੀ ਹੁੰਦਾ? ਤੁਹਾਡਾ ਰੈਡੀਕਲ। ਜੋ ਤੁਹਾਡਾ ਰੈਡੀਕਲ ਆ ਉਹਦੇ ਤੋਂ ਤੁਹਾਡਾ ਬਣੇਗਾ ਸ਼ੂਟ ਸਿਸਟਮ, ਸੌਰੀ ਰੂਟ ਸਿਸਟਮ, ਠੀਕ ਹੈ ਜੀ। ਰੈਡੀਕਲ ਤੋਂ ਕੀ ਬਣੇਗਾ ਜੀ? ਤੁਹਾਡਾ ਰੂਟ ਸਿਸਟਮ। ਓਕੇ, ਜੋ ਪਲੂਮਲ ਆ ਉਹ ਤੋਂ ਬਣੇਗਾ ਤੁਹਾਡਾ ਸ਼ੂਟ ਸਿਸਟਮ ਜਾਂ ਫਿਰ ਕਹਿ ਲਓ ਸਟਮ। ਓਕੇ ਰਾਜੇ, ਜਿਹੜਾ ਤੁਹਾਡਾ ਸ਼ੂਟ ਸਿਸਟਮ ਆ ਉਹ ਕਿੱਥੋਂ ਡਿਵੈਲਪ ਹੋਏਗਾ? ਪਲੂਮਲ ਤੋਂ। ਓਕੇ ਜੀ, ਯਾਦ ਰੱਖਣਾ ਤੁਸੀਂ, ਬਹੁਤ ਈਜ਼ੀ ਆ ਕੁਐਸਚਨ, ਵੈਸੇ ਬੇਸਿਕ ਜਿਹਾ ਕੁਐਸਚਨ। ਨੈਕਸਟ ਕਹਿੰਦੇ ਵਿਚ ਇਜ਼ ਐਗਜ਼ਾਮਪਲ ਆਫ ਆਫਸੈਟ। ਹਾਂਜੀ, ਤੁਹਾਡੇ ਆਫਸੈਟ ਦੀ ਐਗਜ਼ਾਮਪਲ ਕੀ ਆ? ਕਾਈਨੋਡੋਨ, ਡੈਕਟਿਲॉन, ਆਈਕੋਰਨੀਆ, ਫ੍ਰੈਗੇਰੀਆ, ਮੈਂਥਾ, ਠੀਕ ਹੈ ਜੀ। ਦੇਖੋ, ਇਹ ਵਾਲੇ ਤੁਹਾਡੇ ਐਗਜ਼ਾਮਪਲਸ ਹੈਗੀਆਂ। ਜੇਕਰ ਤੁਸੀਂ ਨੋਟਸ ਨੂੰ ਰਿਵਾਈਜ਼ ਕਰਿਆ ਤੁਹਾਨੂੰ ਹਰੇਕ ਦੀ ਐਗਜ਼ਾਮਪਲ ਪਤਾ ਹੋਣੀ, ਬਿਕੋਜ਼ ਮੈਂ ਡਿਟੇਲ ਦੇ ਵਿੱਚ ਉਹ ਨੋਟਸ ਤੁਹਾਨੂੰ ਬਣਾ ਕੇ ਭੇਜੇ ਆ। ਓਕੇ ਜੀ, ਦੇਖੋ ਇਹਦੀ ਜਿਹੜੀ ਆਫਸੈਟ ਦੀ ਐਗਜ਼ਾਮਪਲ ਹੈਗੀ ਜੋ ਤੁਹਾਡੀ ਹੈਗੀ ਆ ਅਕੋਰਨੀਆ, ਠੀਕ ਹੈ ਜੀ। ਕਿਹੜੀ ਐਗਜ਼ਾਮਪਲ ਹੈਗੀ ਹੈ ਜੀ? ਅਕੋਰਨੀਆ। ਦੇਖੋ ਰਾਜੇ, ਅਕੋਰਨੀਆ ਹੁੰਦਾ ਕੀ? ਇਹ ਨਾ ਥੋੜਾ ਸ਼ਾਰਟ ਹੁੰਦਾ ਹੈ, ਸਟਰਕਚਰ ਦੇ ਵਿੱਚ ਸ਼ਾਰਟ ਹੁੰਦਾ, ਥਿਕ ਹੁੰਦਾ, ਰਨਨ ਲਾਈਕ ਬ੍ਰਾਂਚਿਸ ਹੁੰਦੀਆਂ, ਠੀਕ ਹੈ ਜੀ। ਮਤਲਬ ਕਹਿ ਲਓ ਕਿ ਤੁਸੀਂ ਜੇਕਰ ਦੇਖਿਆ ਹੋਣਾ ਸਟ੍ਰਾਬੇਰੀ ਪਲਾਂਟ, ਸੌਰੀ, ਉਹਦੇ 'ਚ ਨਾ ਰਨਰ ਸਟਰਕਚਰਸ ਹੁੰਦੀਆਂ, ਠੀਕ ਹੈ ਜੀ। ਜਿੱਥੇ ਜਿੱਥੇ ਬ੍ਰਾਂਚ ਨਿਊ ਪਲਾਂਟ ਕੋਈ ਓਰੀਜਨੇਟ ਹੋਏਗਾ ਇਹ ਹੁੰਦੀਆਂ ਤੇ ਇਹਦੇ ਵਾਂਗ ਹੁੰਦੀਆਂ, ਬਟ ਉਹ ਕੀ ਹੁੰਦੀਆਂ? ਥਿਕ ਹੁੰਦੀਆਂ, ਠੀਕ ਹੈ ਜੀ। ਥਿਕ ਹੁੰਦੀਆਂ, ਸ਼ਾਰਟ ਹੁੰਦੀਆਂ। ਓਕੇ, ਆਹ ਜਿਹੜਾ ਹੋ ਗਿਆ ਸਾਈਨੋਡੋਨ, ਡੈਕਟਿਲॉन, ਫ੍ਰੈਗੀਆ, ਇਹਦੇ 'ਚ ਰਨਰ ਲਾਈਕ ਸਟਰਕਚਰ ਦੇਖਣ ਨੂੰ ਮਿਲਦੀਆਂ, ਬਟ ਮੈਂਥਾ ਵਿੱਚ ਕੀ ਹੁੰਦੀ? ਸਕਰ ਸਟਰਕਚਰ ਹੁੰਦੀਆਂ, ਠੀਕ ਹੈ। ਬਟ ਆਪਾਂ ਕਨਫਿਊਜ਼ ਨਹੀਂ ਕਰਨਾ ਤੁਹਾਨੂੰ, ਜਸਟ ਰਿਮੈਂਬਰ ਦੈਟ। ਤੁਸੀਂ ਪਹਿਲਾਂ ਆਪਣੇ ਨੋਟਸ ਰਿਵਾਈਜ਼ ਕਰ ਲੈਣਾ, ਆਫਟਰ ਦੈਨ ਤੁਸੀਂ ਲੈਕਚਰ ਸੁਣ ਸਕਦੇ ਹੋ। ਬਿਕੋਜ਼ ਕੁਛ ਸਟੂਡੈਂਟ ਦੇ ਮੈਨੂੰ ਮੈਸੇਜ ਆਇਆ ਸੀ, ਉਹ ਕਹਿੰਦੇ ਸੀਗੇ ਮੈਮ ਤੁਸੀਂ ਨਾ ਕੁਐਸਚਨ ਥੋੜ੍ਹੇ ਜਿਹੇ ਲੈਵਲ ਅਪ ਕਰਕੇ ਕਰਵਾਉਂਦੇ ਹੋ, ਇੰਨਾ ਟਫ ਲੈਵਲ ਆਉਣਾ ਨਹੀਂ ਗਾ।
बट मैं जिन्ने भी थोड़े मास्टर किट के प्रीवियस क्वेश्चन देखिया मैंने उन्होंने लैवल अप ही लग्या, कोई लो लैवल नहीं लग्या है। दैट इज़ वाई मैं ये क्वेश्चन उठा रही हूँ। ओके जी, नैक्सट देखो 7 नंबर क्वेश्चन, राइजोम ऑफ द जिंजर इज़ आ मॉडिफिकेशन ऑफ द स्टम्प बिकॉज। ਹੁਣ ਜਿਹੜੇ ਰਾਈਜ਼ੋਮ ਹੈਗਾ ਜਿੰਜ ਦਾ ਉਹ ਮੋਡੀਫਿਕੇਸ਼ਨ ਹੈਗੀ ਸਟੰਪ ਦੀ, ਬਿਕੋਜ਼ ਇਟ ਬੇਅਰ ਐਡਵਾਂਟੇਜਸ ਰੂਟ, ਬਿਕੋਜ਼ ਇਹਦੇ ਕੋਲ ਐਡਵਾਂਟੇਜਸ ਰੂਟ ਹੁੰਦੀਆਂ। ਨੈਕਸਟ ਕਹਿੰਦੇ ਇਟ ਬੇਅਰਸ ਨੋਡਸ ਐਂਡ ਇੰਟਰਨੋਡਸ, ਕਹਿੰਦੇ ਕਿ ਇਹਦੇ ਕੋਲ ਨੋਡਸ ਤੇ ਇੰਟਰਨੋਡਸ ਹੁੰਦੀਆਂ। ਠੀਕ ਹੈ, ਫਿਰ ਕਹਿੰਦੇ ਕਿ ਇਟ ਇਜ਼ ਦਾ ਅੰਡਰਗਰਾਊਂਡ, ਇਹ ਅੰਡਰਗਰਾਊਂਡ ਹੈ ਤਾਂ ਕਰਕੇ ਇਟ ਸਟੋਰ ਫੂਡ ਮਟੀਰੀਅਲ, ਜਾਂ ਫਿਰ ਕਹਿ ਲਓ ਕਿ ਫੂਡ ਮਟੀਰੀਅਲ ਨੂੰ ਸਟੋਰ ਕਰਦੀ ਹੈ ਤਾਂ ਕਰਕੇ। ਦੇਖੋ ਰਾਜੇ ਰਾਈਜ਼ੋਮ ਜੋ ਜਿੰਜਾ ਦਾ ਹੈਗਾ ਉਹ ਥੋੜਾ ਮੋਡੀਫਿਕੇਸ਼ਨ ਹੈਗਾ ਜੀ ਸਟੰਪ ਦਾ, ਬਿਕੋਜ਼ ਇਟ ਬੇਅਰ ਨੋਡਸ ਐਂਡ ਇੰਟਰਨੋਡਸ। ਠੀਕ ਹੈ ਜੀ, ਆਪਾਂ ਨੋਡ ਤੇ ਇੰਟਰ ਨੋਡ ਦੇ ਬਿਹਾਫ ਤੇ ਆਪਾਂ ਸਟੈਂਪ ਨੂੰ ਜਿਹੜੀ ਪਿਓਰਟੀ ਦਿੰਦੇ ਆ। ਠੀਕ ਹੈ ਜੀ, ਨੈਕਸਟ ਦੇਖੋ ਫੈਲੋਕਲੇਟ ਇਜ਼ ਫਾਊਂਡ ਇਨ, ਜੋ ਤੁਹਾਡਾ ਫੈਲੋਕਲੇਟ ਆ ਉਹ ਕਿਹਦੇ ਵਿੱਚ ਫਾਊਂਡ ਹੁੰਦਾ, ਅਪੰਸ਼ਾ ਦੇ ਵਿੱਚ, ਕੈਕਟਸ ਦੇ ਵਿੱਚ, ਅਕੈਂਸੀਆ ਦੇ ਵਿੱਚ, ਜਾਂ ਫਿਰ ਬੋਥ 1 ਐਂਡ 2। ਦੇਖੋ ਜੀ ਜਿਹੜਾ ਤੁਹਾਡਾ ਫੈਲੋਕਲੇਟ ਹੈ ਨਾ ਇਹ ਕੀ ਹੁੰਦਾ, ਗ੍ਰੀਨ ਫਲੈਟਡ ਤੇ ਸਿਲੈਂਡਰੀਕਲ ਸਟਰਕਚਰਸ ਹੁੰਦੇ ਆ ਜੋ ਕਿ ਵਾਟਰ ਲਾਸ ਤੋਂ ਬਚਾਉਂਦੀਆਂ ਨੇ। ਠੀਕ ਹੈ ਜੀ, ਇਹ ਆਪਾਂ ਦੇਖਣ ਨੂੰ ਮਿਲਦਾ ਆ ਅਪੰਸ਼ਾ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਤੇ ਕੈਕਟਸ ਦੇ ਵਿੱਚ ਵੀ ਦੇਖਣ ਨੂੰ ਮਿਲਦਾ। ਠੀਕ ਹੈ ਜੀ, ਅਕੈਂਸੀਆ ਦੇ ਵਿੱਚ ਫੈਲੋਇਡ ਲਾਈਕ ਸਟਰਕਚਰਸ ਤਾਂ ਹੁੰਦੀ ਹੈ ਬਟ ਉਹ ਐਕਚੁਅਲ 'ਚ ਪੈਟੀਓਲ ਦੀ ਮੋਡੀਫਿਕੇਸ਼ਨ ਹੁੰਦੀ ਹੈ। ਦੈਟ ਇਜ਼ ਵਾਈ ਆਪਾਂ ਅਕੈਂਸੀਆ ਨੂੰ ਨਹੀਂ ਕੰਸੀਡਰ ਕਰਦੇ। ਓਕੇ, ਫਲਾਈਕੋਡ is found in Apancha and cactus. That is why our 4th number option is very correct. Okay, according to our questions। ਬੱਚੇ ਅਕੇਸੀਆ ਦੇ ਵਿੱਚ ਵੀ ਫੈਲੋਇਡ ਲਾਈਕ ਸਟਰਕਚਰਸ ਹੁੰਦੀ ਆ ਬਟ ਉਹਦੇ ਵਿੱਚ ਐਕਚੁਅਲ 'ਚ ਕੀ ਹੈ ਮੋਡੀਫਿਕੇਸ਼ਨ ਹੈਗੀ ਉਹ ਕਿਹਦੀ, ਪੈਟੀਓਲ ਦੀ। ਠੀਕ ਹੈ ਜੀ, ਪੈਟੀਓਲ ਦੀ ਉਹ ਮੋਡੀਫਿਕੇਸ਼ਨ ਹੈਗੀ ਆ। ਡਨ। ਨੈਕਸਟ ਦੇਖੋ ਨੈਕਸਟ ਕੁਐਸਚਨ, ਨੋਡਿਊਲੇਟਿਡ ਰੂਟਸ ਅਕਰ ਇਨ, ਜੋ ਨੋਡਿਊਲੇਟਿਡ ਰੂਟਸ ਹੁੰਦੀਆਂ ਉਹ ਕਿਹਦੇ ਵਿੱਚ ਅਕਰ ਹੁੰਦੀਆਂ, ਮਤਲਬ ਜੋ ਨਾਈਟ੍ਰੋਜਨ ਫਿਕਸੇਸ਼ਨ ਵਿੱਚ ਹੈਲਪ ਕਰਦੀਆਂ ਉਹ ਕਿੱਥੇ ਦੇਖਣ ਨੂੰ ਮਿਲਦੀਆਂ। Oh shit. If anyone know how to paste PDF in this folder, so please ਮੈਨੂੰ ਦੱਸ ਦੇਣਾ, ਬਿਕੋਜ਼ ਇਹਦੇ 'ਚ ਨਾ ਪਿਕ ਪੇਸਟ ਹੁੰਦੀਆਂ ਨੇ ਤੇ ਮੈਨੂੰ PDF ਇਹਦੇ 'ਚ ਓਪਨ ਨਹੀਂ ਕਰਨੀ ਆਉਂਦੀ। ਦੈਟ ਇਜ਼ ਵਾਈ ਆਪਾਂ ਨੂੰ ਪ੍ਰੋਬਲਮ ਕਾਫੀ ਆਉਂਦੀ ਹੈ। ਦੇਖੋ ਜੀ ਨੋਡਿਊਲੇਟਿਡ ਰੂਟਸ ਅਕਰ ਇਨ ਲੇਲੀਏਸੀ, ਸੋਲੇਨੇਸੀ, ਮਾਲਵੀਏਸੀ, ਫੈਬੀਏਸੀ। ਦੇਖੋ ਆਪਾਂ ਫੈਮਲੀਜ਼ ਮੈਂ ਤੁਹਾਨੂੰ ਨਹੀਂ ਕਰਵਾਈਆਂ, ਸੋ ਡੋਂਟ ਬੀ ਕਨਫਿਊਜ਼। ਇੱਕ ਵਾਰੀ ਆਪਾਂ ਸਿਰਫ ਪੜ੍ਹਨ ਦੀ ਕੋਸ਼ਿਸ਼ ਕਰ ਦਿੰਦੇ ਹਾਂ। ਠੀਕ ਹੈ ਜੀ, ਨੋਡਿਊਲੇਟਿਡ ਰੂਟਸ ਅਕਰ ਇਨ ਫੈਬੀਏਸੀ, ਇਹ ਕਿਹੜੀ ਵਾਲੀ ਫੈਮਲੀ 'ਚ ਹੁੰਦੇ ਜੀ, ਫੈਬੀਏਸੀ। ਪਹਿਲਾਂ ਮੈਂ ਤੁਹਾਨੂੰ ਫੈਮਲੀਜ਼ ਦੇ ਮਤਲਬ ਫਿਲਹਾਲ ਮੈਂ ਤੁਹਾਨੂੰ ਨੋਟਸ ਤਾਂ ਸੈਂਡ ਕਰ ਦਿੱਤੇ ਆ ਬਟ ਮੈਂ ਤੁਹਾਨੂੰ ਫੈਮਲੀਜ਼ ਕਰਵਾਵਾਂਗੀ। ਠੀਕ ਹੈ, ਕਰਵਾਵਾਂਗੇ ਬਿਕੋਜ਼ ਫੈਮਲੀਜ਼ ਦੇ ਵਿੱਚੋਂ ਲਾਸਟ ਟਾਈਮ ਜਿਹੜਾ ਮਾਸਟਰ ਕਿਟ ਰਾਇਆ ਸੀ ਨਾ ਬਹੁਤ ਜ਼ਿਆਦਾ ਕੁਐਸਚਨਸ ਬਣੇ ਹੋਏ ਸੀਗੇ। ਓਕੇ, ਕਿੱਥੇ ਦੇਖਣ ਨੂੰ ਮਿਲਦੇ ਆ ਜੀ, ਅਕਰ ਇਨ ਫੈਬੀਏਸੀ ਫੈਮਲੀ ਦੇ ਵਿੱਚ। ਓਕੇ ਜੀ, ਨੈਕਸਟ ਦੇਖੋ ਥੌਰਨਸ ਐਂਡ ਸਪਾਈਨਸ ਆ, ਜਿਹੜੇ ਥੌਰਨ ਤੇ ਸਪਾਈਨ ਹੈਗੇ ਆ ਇਹ ਕੀ ਕੰਮ ਕਰਦੇ, ਡਿਫੈਂਸਿਵ ਆਰਗਨ ਆ, ਰੈਸਪੀਰੇਟਰੀ ਆਰਗਨ ਆ, ਬੋਥ 1 ਐਂਡ 2, ਜਾਂ ਫਿਰ ਸਟੋਰੇਜ ਆਰਗਨ ਆ। ਦੇਖੋ ਰਾਜੇ ਜੋ ਥੌਰਨਸ ਤੇ ਸਪਾਈਨਸ ਹੈਗੇ ਆ ਨਾ ਇਹ ਥੋੜੇ ਡਿਫੈਂਸਿਵ ਆਰਗਨ ਆ। ਓਕੇ ਜੀ, ਕੀ ਹੈਗੇ ਆ ਜੀ, ਡਿਫੈਂਸਿਵ ਆਰਗਨ ਆ, ਬਚਾਉਂਦੇ ਆ। ਠੀਕ ਹੈ ਜੀ, ਸ਼ਿਕਾਰ ਵਗੈਰਾ ਤੋਂ ਕੋਈ ਖਾ ਨਾ ਜਾਏ ਇਹਨਾਂ ਨੂੰ। ਓਕੇ, ਨੈਕਸਟ ਦੇਖੋ ਇਨ ਅਨੀਅਨ ਦਾ ਸਵੋਲਨ ਅੰਡਰਗਰਾਊਂਡ ਸਟਰਕਚਰ ਇਜ਼, ਅਨੀਅਨ ਦੇ ਵਿੱਚ ਜੋ ਸਵੋਲਨ ਫੁੱਲੀ ਹੋਈ ਅੰਡਰਗਰਾਊਂਡ ਸਟਰਕਚਰ ਹੁੰਦੀ ਉਹਨੂੰ ਆਪਾਂ ਕੀ ਬੋਲਦੇ ਆ, ਰੂਟ ਬੋਲਦੇ ਆ, ਰਾਈਜ਼ੋਮ ਬੋਲਦੇ ਆ, ਬਲਬ ਬੋਲਦੇ ਆ, ਜਾਂ ਫਿਰ ਟਿਊਬਰ ਬੋਲਦੇ ਆ। ਦੇਖੋ ਰਾਜੇ ਜਿਹੜੀ ਸਵੋਲਨ ਸਟਰਕਚਰ ਹੁੰਦੀ ਹੈ ਅੰਡਰਗਰਾਊਂਡ ਸਟਰਕਚਰ ਹੁੰਦੀ ਹੈ ਅਨੀਅਨ ਦੀ ਉਹਨੂੰ ਆਪਾਂ ਬਲਬ ਬੋਲਦੇ ਆ। ਕੀ ਬੋਲਦੇ ਆ ਜੀ, ਉਹਨੂੰ ਆਪਾਂ ਬਲਬ ਬੋਲਦੇ ਆ। 11 ਕੁਐਸਚਨਸ ਡਨ। ਹਾਂਜੀ, ਹੁਣ ਆਪਾਂ ਨੈਕਸਟ 12 ਨੰਬਰ ਕੁਐਸਚਨ ਤੇ ਆਉਣੇ ਆ। थोड़ी एक क्लास शॉर्ट ही रहेगी बिकॉज अब फास्ट ही चलते होंगे। ठीक है जी, 30 क्वेश्चन करांगे। वेट, सॉरी सॉरी सॉरी, पता नहीं फास्ट क्यों चल जाए। नेक्स्ट देखो आ प्लांट विद पैरेलल वेनेशन इज, ਉਹ वाले प्लांट जिन्हों को पैरेलल वेनेशन हैगी वो किहड़े आ, कैस्टोर आ, ग्रास आ, ग्राम आ, या फिर मस्टर्ड आ। देखो सॉरी एवरीवन, सॉरी। देखो 12 नंबर क्वेश्चन, आ प्लांट विद पैरेलल वेनेशन इज,
ਉਹ ਪਲਾਂਟ ਜਿਨ੍ਹਾਂ ਕੋਲ ਪੈਰਲਲ ਵੈਰੀਏਸ਼ਨ ਦੇਖਣ ਨੂੰ ਮਿਲਦੀ ਹੈ। ਦੇਖੋ ਜੀ ਜਿਹੜੇ ਪੈਰਲਲ ਵੈਰੀਏਸ਼ਨ ਫੀਚਰ ਹਨ ਇਹ ਜ਼ਿਆਦਾਤਰ ਮੋਨੋਕੋਟ ਪਲਾਂਟਸ ਦਾ ਹੈਗਾ, ਬਟ ਕੁਝ ਐਕਸੈਪਸ਼ਨਸ ਵੀ ਹੈਗੀਆਂ, ਠੀਕ ਹੈ ਜੀ। ਹੁਣ ਦੇਖੋ ਇਹਨਾਂ 'ਚ ਮੋਨੋਕੋਟ ਕਿਹੜਾ ਆ, ਕਸਟਰਡ ਵੀ ਡਾਈਕੋਟ ਆ, ਗ੍ਰਾਮ ਵੀ ਡਾਈਕੋਟ ਆ, ਮਸਟਰਡ ਵੀ ਤੁਹਾਡੇ ਕੋਲ ਡਾਈਕੋਟ ਆ, ਬਟ ਜਿਹੜਾ ਗਰਾਸ ਉਹ ਤੁਹਾਡੇ ਕੋਲ ਮੋਨੋਕੋਟ ਆ। ਓਕੇ ਜੀ, ਗਰਾਸ ਕੀ ਆ ਤੁਹਾਡਾ ਮੋਨੋਕੋਟ ਪਲਾਂਟ ਆ। ਇਹਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਦੀ ਆ, ਪੈਰਲਲ ਵੈਰੀਏਸ਼ਨ ਦੇਖਣ ਨੂੰ ਮਿਲਦੀ ਆ। 13 ਨੰਬਰ क्वेश्चन देखो, स्टैम्प मॉडिफाइड इनटू लीफ लाइक स्ट्रक्चर्स एंड लीफ आर चेंज्ड इनटू स्पाइन। देखो स्टैंप किहदे च मॉडिफाइड हो गया जी, वो हो गया थोड़े लीफ दे विच, ठीक है, लीफ लाइक स्ट्रक्चर दे विच। एंड थोड़े लीव्स किहदे च मॉडिफाई हो गए जी, वो हो गई स्पाइन दे विच। आह अपन ये वाली जो ये वाले फीचर आ, कह लो कि ये वाला फिनोमेना आ, वो किहड़ा आ, ठीक है जी, फाइलॉइड आ, ट्यूबर आ, फाइलोक्लेड आ, या फिर ऑल ऑफ द अबव। राजे इस फिनोमेना नूं कहंदे आपां फाइलोक्लेड, ठीक है जी, फाइलोक्लेड। ओके जी, सॉरी फॉर डिस्टर्बेंस। नेक्स्ट देखो 14 नंबर क्वेश्चन, आ डाइकोट प्लांट शोइंग पैरेलल वेनेशन इज। डाइकोट प्लांट जो कि पैरेलल वेनेशन शो करता है। देखो जो डाइकोट होंगे ना वो ज़्यादातर आप कहते कि रेटिकुलेट वेनेशन शो करते हैं। ओके, जो डाइकोट प्लांट वो रेटिकुलेट वेनेशन शो करते हैं, बट कुछ एक्सैप्शनस भी है। देखो राजे समाइलैक्स, कॉटन ते मैंगो इन्हां विच की हुंदी है जी, रेटिकुलेट वेनेशन होंगी है। बट कैलोफाइलम जो कैलोफाइलम है ना, ये थोड़ा कि देखने मिलती है वेनेशन, पैरेलल वेनेशन देखने मिलती है। ओके डन, 14 क्वेश्चन हो गया जी थोड़ा। नैक्सट देखो वर्टिकलिस्टर इनफ्लोरेसेंस अकर इन। जेकर तुसीं नोट्स पढ़े आ तो थोड़ा पता होएगा कि वर्टिकलिस्टर इनफ्लोरेसेंस की हुंदी आ, ठीक है जी। पास और ऑल देखने इहदे च मिलते हैं। ये किन्हां विच अकर हुंदी है जी, ये हुंदी है लिबिएट फैमिली दे विच, ठीक है जी। किन्हां च देखने मिलती है, लैबिएट फैमिली दे विच देखने मिलती है, जिन्हों पर लैबिएंसी भी बोलते हैं। ओके जी, नैक्सट 16 नंबर क्वेश्चन देखो, हाँ थोड़ा मैं करवाऊँगी उन्हें, ठीक है, बिकॉज इन्होंने क्वेश्चन बन गए तो बनते भी हैं। नेक्स्ट देखो, इन काइथियम द रेशियो बिटवीन द फीमेल टू मेल फ्लावर इज। जेकर आप कायंथियम की गल करते हैं, वो फीमेल तो मेल के फ्लावर की रेशियो कितनी होंगी। देखो एक वो फीमेल फ्लावर होंगे तो मैनी मेल फ्लावर्स होंगे, ठीक है जी। रेशो फिर की बनती है 1:मैनी। ओके जी, कि रेशो बनती है 1:मैनी। हुण कहते कि मोस्ट एडवांस टाइप ऑफ इनफ्लोरेसेंस इज, जो मोस्ट एडवांस इनफ्लोरेसेंस हैगी है जी, वो किहनां च देखने मिलती है, किहदे विच देखने मिलती है, क्रम्ब विच देखने मिलता है, कैप्टूलम, हाँ जी, कैप्टिटूलम विच देखने मिलती है, स्पैडिक्स देखने मिलती है, या फिर कैटकिन विच देखने मिलती है। देखो जी जी मोस्ट एडवांस इनफ्लोरेसेंस है ना, वो अपन देखने मिलती है कैप्टिटूलम दे विच, ठीक है। जो भी थोड़ा जिदा कंफर्टेबल लगता बोलना बोल लेना। ओके जी, देखो जी एडवांस है ना वो रेसिमोज है, ठीक है जी। सीमोस तो रेसिमोस ज़्यादा एडवांस है, तो ये रेसिमोस की ही एग्जाम्पल हैगी है जी। ओके नैक्सट देखो 18 नंबर क्वेश्चन, इनफ्लोरेसेंस इन विच मैनी पेडिसिलेट फ्लावर अराइजिंग टू फॉर्म आ अम्ब्रेला लाइक स्ट्रक्चर इज। देखो बहुत सारे पेडिसिलेट फ्लावर ओरिजिनेट होंगे हैं, ठीक है, अराइज होंगे हैं, तो स्ट्रक्चर कि बनाते हैं, अम्ब्रेला लाइक स्ट्रक्चर बनाते हैं। यह वाली फ्लोरेसेंस किद्दां दिंदी है, कह लो कि किस फ्लोरेसेंस विच रखा गया है, अंबेल विच, सीमोज हैड विच, कैप्टिटूलम दे विच, या फिर वर्टिकलिस्टर दे विच। देखो राजी ये वाली फ्लोरेसेंस नूं आपां अंबेल विच रखते हैं, ठीक है। देखो आह जी ऑप्शन है ना, एक थोड़ी मैं गल कहांगी, स्टूडेंट दो टाइप के होंगे हैं, ठीक है, एक होंगे 2D माइंड, एक होंगे 3D माइंड। 2D माइंड की करनगे, जिवें मैं थोड़ा क्वेश्चन करवाना चुपचाप एक्सैप्ट कर लें, हाँ जी चलो भी ये हो गया, इनका ऑप्शन आ सीगा, उन्हें जो 3 ऑप्शन है उन्हें नहीं देखनी है। बट जेकर तुम 3 ऑप्शनस भी मान के चलोगे ना, हरेक ऑप्शन से एक न्यू क्वेश्चन ओरिजिनेट होंगे। हुण देखो तुसीं किस ढंग नाल करदे हो, जे मैं तुहानूं 100 क्वेश्चन करवा रही हूँ तो उस 100 क्वेश्चन तो तुसीं 4 नाल मल्टी करो, 400 तुहाडे क्वेश्चन ओरिजिनेट होंगे हैं, ठीक है। जो स्टूडेंट करना चाहन वो ही कर सकते हैं, बाकी थोड़े जिहा सीरियस मैंने कोई भी नहीं देख रहा। नैक्सट देखो, प्रॉप फ्रूट्स ऑफ बनियान ट्री आर मेंट फॉर, ठीक है जी। प्रॉप रूट्स जो होंगे ने बनियान ट्री दियाँ वो किहदे वास्ते होंदियां, कहंदे ने रेस्पायरेशन वास्ते होंदियां, स्टोरेज दे वास्ते होंदियां, प्रोवाइडिंग द सपोर्ट टू द बिग ट्री, या फिर ऑल। देखो राजी प्रॉप रूट्स जो होंदियां ना बनियान ट्री दियाँ,
ठीक है जी। ये होंगे थोड़े सपोर्ट के वास्ते, ठीक है जी। ये एडवांटेजियस रूट है, ये कि वास्ते होंगे जी स्पोर्ट्स के वास्ते। आई थिंक एक ना मैं थोड़े मिसकनसैप्ट कर गई प्रॉप रूट के, आई थिंक हाँ नहीं सही सी वैसे, सॉरी सही सी वो टैप रूट सीगा। देखो जी प्रॉप रूट्स जो थोड़ी बनियान से देखने मिलती हैं, ये होंगे एडवांटेजियस रूट। ये की प्रोवाइड करवाते जी सपोर्ट प्रोवाइड करवाते हैं। डन। नैक्सट क्वेश्चन देखो 20 नंबर, विच इज़ नॉट अ स्टैंप मॉडिफिकेशन। इन्हों के विचों किहड़ी स्टैंप मॉडिफिकेशन नहीं हैगी। राइजोम नहीं हैगा, ऑफ राइजोम ऑफ जिंजर, कॉर्म ऑफ कोलोक्सिया, पिक्चर ऑफ नेपेंथिस, ट्यूबर ऑफ पोटैटो। देखो जी जेकर आप फर्स्ट नंबर ऑप्शन की गल करते हैं ना, राइजोम ऑफ जिंजर, ठीक है जी, ये अंडरग्राउंड स्टैंप की मॉडिफिकेशन हैगी आ, अंडरग्राउंड स्टैंप की मॉडिफिकेशन हैगी आ, ठीक है। नैक्सट आप गल करते हैं कॉर्म ऑफ कोलोक्सिया, ये भी की अंडरग्राउंड स्टैंप की मॉडिफिकेशन हैगी आ। ट्यूबर ऑफ द पोटैटो ये भी राजे हैगी है अंडरग्राउंड स्टैंप की मॉडिफिकेशन। बट पिक्चर ऑफ नेपेंथिस ये की है थोड़ी लीव्स की मॉडिफिकेशन, ठीक है जी, लीव्स मॉडिफिकेशन हैगी थोड़ी। ओके फिर डिफरेंट वन केड़ा आ गया, फिर थर्ड नंबर वाला डिफरेंट वन हो गया। ओके 21 नंबर क्वेश्चन देखो, कहते कि मॉडिफिकेशन ऑफ द पेटियोल इज, हुण जो मॉडिफिकेशन पेटियोल की होंगी है उन्होंने की बोलते हैं, फाइलोड बोलते हैं, फाइलोक्लेड बोलते हैं, कैलोड बोलते हैं या फिर कॉर्म बोलते हैं। देखो राजे जो मॉडिफिकेशन होंगी है थोड़ी पेटियोल की उन्होंने बोलते हैं फाइलोड, ठीक है जी, की बोलते हैं फाइलोड। ओके जी हाँ थोड़ा क्वेश्चन हो गया। नैक्सट देखो कैंथियम इनफ्लोरोसेंस इज फाउंड इन, कैंथियम जो फ्लोरोसेंस है वो किहदे विच देखने मिलती है, कॉटोन विच, फ्यूकस दे फाइकस दे विच, रिकेंसिस दे विच या फिर यूफोबिया दे विच। देखो राजे जो कैंथियम इनफ्लोरोसेंस है वो थोड़ा देखने मिलती है यूफोबिया दे विच, ठीक है, किहदे च देखने मिलती है यूफोबिया दे विच या फिर कह लो यूफोबियासी फैमिली दे विच देखने मिलती है। एक क्वेश्चन सब दे हो गया जी। और नैक्सट क्वेश्चन पे आ जाओ। zigzag development of the flower on the inflorescence axis is, हुण zigzag development की गल कर रहे हैं, ठीक है जी। कैंथियम, कैप्टिटोलम, हेलिकॉइड काइन या फिर सैक्रोपॉइड काइन। देखो राजे zigzag development जी फ्लावर होंगी इनफ्लोरेसेंस की एक्सिस के उपर, एक्सिस की वो होंगी सैक्रोपियोइड काइन, ठीक है जी, कि होंगी है सैक्रोपियोइड काइन, ठीक है जी। ये की होंगे कि जी मेन एक्सिस होंगी ना, मान लो आह मेन एक्सिस ये फ्लावर की एंडिंग हो जाती, बट जी लेटर होंगे ना ब्रांचेस इन्हों के फ्लावर ओरिजिनेट होंगे हैं, ठीक है, अगे फ्लावर इन्हों तो बढ़ते जाते हैं। ओके नैक्सट देखो 24 नंबर क्वेश्चन, द फ्लोरल ऑर्गन राइज फ्रॉम मदर एक्सिस, थैलमस, रूट, पेडिसल। देखो जी जो थोड़ा फ्लोरल ऑर्गन होंगे वो थोड़ा अराइज होंगे थैलमस के उपरों, ठीक है जी, थैलमस के उपरों। देखो एक ना थोड़ा क्वेश्चन मैं रात पढ़ रही थी, थोड़ा मैंने वधिया क्वेश्चन लगे, वैसे जर्नल जाया मैं, फ्रूट जिन्हों आप एप्पल बोलते हैं, ठीक है जी, एप्पल जो थोड़ा फ्रूट आ ये एडिबल पार्ट की होंगे, एडिबल पार्ट की होंगे, इफ एनीवन नो दैन यू कैन टेल मी। ओके नैक्सट देखो, विच इज़ द आई ऑफ पोटैटो, एक्सिलरी बर्ड, एसेसरी बर्ड, एडवांटेजियस बर्ड, एपिकल बर्ड, ठीक है जी। हम कहते इन्हों के आईज ये पोटैटो की हैगी वो किहड़ी हैगी, देखो जी आई होंगे ना पोटैटो की वो तो जोड़े न्यू प्लांट या कह लो न्यू पोटैटो ओरिजिनेट होंगे हैं, ठीक है जी। हुण जितों न्यू पोटैटो ओरिजिनेट होंगी है वो होंगी एक्सिलरी बर्ड, ठीक है, एक्सिलरी बर्ड या फिर कॉमन ही बहुत ये तो थोड़ा 6th 7th 8th क्लास बुक च देखने मिल जाना, ठीक है जी। जो थोड़ी पोटैटो की आई होंगी है ना वो होंगी है एक्सिलरी बर्ड। ओके नैक्सट देखो, रस्कस इज़ दी मॉडिफिकेशन ऑफ, जो रस्कस हैगी है जी वो की मॉडिफिकेशन हैगी कि जी, फाइलोड की मॉडिफिकेशन है, कैलोड की मॉडिफिकेशन आ, ऑफसेंट आ या फिर सकर। देखो राजी जो थोड़ी रस्कस है ना मॉडिफिकेशन हैगी है जो थोड़ी कैलोड, कैलोड में की होंगे फ्लैट होंगे ग्रीन कलर की स्ट्रक्चर होंगी इन्हों की, ये फोटोसिंथेसिस के काम आते हैं, ठीक है जी। ग्रीन कलर की स्ट्रक्चर होएगी, फ्लैटेड होएगी, ये फोटोसिंथेसिस का काम करते हैं। ओके जी नैक्सट देखो, इन टर्मिक स्टैंप इज, टर्मिक दे विच जो स्टैंप होंगे वो की होंगे ट्यूबर, बल्ब, राइजोम या फिर कॉर्म। देखो राजे टर्मिक दे विच जो थोड़ा स्टैंप होंगे वो होंगे राइजोम, पोटैटो च आप ट्यूबर की गल करते हैं, ठीक है जी। अब जो अनियन बल्ब देखने को मिलता,
डन। नैक्सट क्वेश्चन देखो जी, ਹੁਣ ਕਹਿੰਦੇ ਨੇ ਕਿ ਕੈਟਕਿਨ ਇਨਫਲੋਰੈਸੈਂਸ ਇਜ਼ ਫਾਊਂਡ ਇਨ, ਜੋ ਤੁਹਾਡੀ ਕੈਟਕਿਨ ਇਨਫਲੋਰੈਸੈਂਸ ਹੈ ਉਹ ਕਿਹਨਾਂ 'ਚ ਦੇਖਣ ਨੂੰ ਮਿਲਦੀ ਆ ਜੀ? ਵੀਟ ਦੇ ਵਿੱਚ ਦੇਖਣ ਨੂੰ ਮਿਲਦੀ ਆ, ਓਟ ਦੇ ਵਿੱਚ ਦੇਖਣ ਨੂੰ ਮਿਲਦੀ ਆ, ਮਲਬੈਰੀ ਦੇ ਵਿੱਚ ਦੇਖਣ ਨੂੰ ਮਿਲਦੀ ਆ, ਜਾਂ ਫਿਰ ਫਿਗ ਦੇ ਵਿੱਚ ਦੇਖਣ ਨੂੰ ਮਿਲਦੀ ਆ। ਦੇਖੋ ਰਾਜੀ, ਕੈਟਕਿਨ ਇਨਫਲੋਰੈਸੈਂਸ ਤੁਹਾਨੂੰ ਦੇਖਣ ਨੂੰ ਮਿਲਦੀ ਆ ਮਲਬੈਰੀ ਦੇ ਵਿੱਚ, ਠੀਕ ਹੈ। ਕਿਹਦੇ 'ਚ ਦੇਖਣ ਨੂੰ ਮਿਲਦੀ ਆ? ਮਲਬੈਰੀ ਦੇ ਵਿੱਚ। ਅਗੇਨ ਰਾਜੇ ਮੈਂ ਕਹਿ ਰਹੀ ਹਾਂ, ਜਿਨ੍ਹਾਂ ਨੇ ਵੀ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਨਹੀਂ ਕਰਿਆ ਸੋ ਪਲੀਜ਼ ਜੁਆਇਨ ਕਰ ਲਓ, ਬਿਕੋਜ਼ ਯੂ ਨੋ ਐਂਡ ਆਈ ਨੋ, ਠੀਕ ਹੈ। ਆਪਣੀ ਕਲਾਸ ਰੈਗੂਲਰ ਨਹੀਂ ਲੱਗਦੀ, ਬਟ ਉਹਦੇ ਵਿੱਚ ਮੈਂ ਤੁਹਾਡੇ ਨੋਟਸ ਦੀ PDF ਅਪਲੋਡ ਕਰ ਦਿੰਦੀ ਹਾਂ ਤਾਂ ਜੋ ਤੁਸੀਂ ਪੜ੍ਹ ਪਾਓ। ਜੇਕਰ ਤੁਹਾਨੂੰ ਕੁਝ ਜ਼ਿਆਦਾ ਸ਼ੱਕ ਹੈ ਨਾ, ਤੁਸੀਂ ਉਸ ਪੀਡੀਐਫ ਨੂੰ ਪਹਿਲਾਂ ਪੜ੍ਹ ਲੈਣਾ ਧਿਆਨ ਦੇ ਨਾਲ, ਉਸ ਤੋਂ ਬਾਅਦ ਜਿੰਨੇ ਵੀ ਮਾਸਟਰ ਕਿਟ ਦੇ ਪ੍ਰੀਵੀਅਸ ਈਅਰ ਕੁਐਸਚਨਸ ਹੈਗੇ ਆ ਸਾਰਿਆਂ ਨੂੰ ਸੋਲਵ ਕਰ ਲੈਣਾ, ਤੁਹਾਡੇ ਸਾਰੇ ਕੁਐਸਚਨ ਹੀ ਸੋਲਵ ਹੋਣਗੇ। ਓਕੇ, ਨੈਕਸਟ ਦੇਖੋ, ਸਪੇਥ ਇਜ਼ ਪ੍ਰੈਜ਼ੈਂਟ ਇਨ ਦੀ ਫਲਾਵਰਸ ਆਫ, ਜੋ ਤੁਹਾਡਾ ਸਪੇਥ ਆ ਉਹ ਪ੍ਰੈਜ਼ੈਂਟ ਹੁੰਦਾ ਕਿਹੜੇ ਫਲਾਵਰ ਵਿੱਚ ਪ੍ਰੈਜ਼ੈਂਟ ਹੁੰਦਾ? ਬਨਾਨਾ ਦੇ ਵਿੱਚ, ਰਾਈਸ ਦੇ ਵਿੱਚ, ਮੈਰੀਗੋਲਡ ਦੇ ਵਿੱਚ, ਜਾਂ ਫਿਰ ਸਨਫਲਾਵਰ ਦੇ ਵਿੱਚ। ਦੇਖੋ ਰਾਜੇ, ਸਪੇਥ ਤੁਹਾਡਾ ਪ੍ਰੈਜ਼ੈਂਟ ਹੁੰਦਾ ਬਨਾਨਾ ਦੇ ਵਿੱਚ, ਠੀਕ ਹੈ ਜੀ। ਸਪੇਥ ਤੁਹਾਡਾ ਕਿੱਥੇ ਪ੍ਰੈਜ਼ੈਂਟ ਹੁੰਦਾ? ਬਨਾਨਾ ਦੇ ਵਿੱਚ। ਇਹ ਲਾਰਜ ਹੁੰਦੇ ਕਲੀਨਿਕਲ ਇੰਸਟਰਕਸ਼ਨ ਜਿਨ੍ਹਾਂ ਨੇ ਕਵਰ ਕਰਿਆ ਹੁੰਦਾ, ਠੀਕ ਹੈ ਜੀ। ਹੁਣ ਦੇਖੋ, ਫੈਮਲੀਜ਼ ਆਫ ਦ ਐਂਜੀਓਸਪਰਮ, ਇਹ ਥੋੜੀ ਥਿਊਰੀ ਪਾਰਟ ਹੈਗਾ, ਇਹਦੇ ਵਿੱਚ ਨਾ ਕੁਐਸਚਨਸ ਬਣਦੇ ਆ, ਸੋ ਮੈਂ ਸੋਚਿਆ ਕਿ ਕਰਵਾ ਦੂੰਗੀ। ਜੇਕਰ ਤੁਸੀਂ ਪੜ੍ਹਨਾ ਹੋਏ ਤਾਂ ਮੈਂ ਪਿਕ ਭੇਜ ਦਾਂਗੀ। ਨਹੀਂ ਕਿੱਥੇ ਚੱਲਿਆ ਵਾਪਿਸ ਆ, ਵੇਟ ਜੀ ਆ ਰਿਹਾ, ਸਟਾਪ ਦਿਆ। ਓਕੇ, ਦੇਖੋ ਬੱਚੇ, ਸੌਰੀ, ਦੇਖੋ ਫੋਲੋਇੰਗ ਸਿੰਬਲਸ ਆਰ ਯੂਜ਼ਡ ਫॉर ਦੀ ਫਲੋਰਲ ਫਾਰਮੂਲਾ, ਠੀਕ ਹੈ ਜੀ। ਹੁਣ ਕਹਿੰਦੇ ਬ੍ਰੈਕਟੇਟ, ਬ੍ਰੈਕਟੇਟ ਮਤਲਬ ਜਿਨ੍ਹਾਂ 'ਚ ਬ੍ਰੈਕਟ ਕੀ ਆ? ਪ੍ਰੈਜ਼ੈਂਟ ਆ, ਠੀਕ ਆ। ਬ੍ਰੈਕਟੇਟ ਮਤਲਬ ਜਿਨ੍ਹਾਂ 'ਚ ਬ੍ਰੈਕਟ ਪ੍ਰੈਜ਼ੈਂਟ ਆ। ਈ ਬ੍ਰੈਕਟੇਟ ਮਤਲਬ ਜਿਨ੍ਹਾਂ 'ਚ ਬ੍ਰੈਕਟ ਪ੍ਰੈਜ਼ੈਂਟ ਨਹੀਂ ਹੈਗੀ। ਐਕਟੀਨੋਮੋਰਫਿਕ ਦਾ ਮਤਲਬ ਹੈ ਕਿ ਇਹਨਾਂ 'ਚ ਕ੍ਰਿਸ ਕ੍ਰੋਸ ਵੇਰੀਏਸ਼ਨ ਦੇਖਣ ਨੂੰ ਮਿਲਦੀ ਹੈ। ਮਤਲਬ ਤੁਸੀਂ ਇਹ ਕਹਿ ਲਓ, ਆਹ ਜਿਵੇਂ ਫਲਾਵਰ ਆ, ਠੀਕ ਹੈ ਜੀ, ਜੇ ਇਹਨੂੰ ਤੁਸੀਂ ਕੱਟ ਕਰੋਗੇ ਨਾ, ਐਵੇਂ ਕੱਟ ਕਰੋਗੇ, ਆਹ ਕ੍ਰਿਸ ਕ੍ਰੋਸ ਦੇਖਣ ਨੂੰ ਮਿਲੇਗਾ, ਠੀਕ ਹੈ। ਇੱਕ ਤਰੀਕੇ ਦੀ ਵੈਸੇ ਸਿਮੈਟਰੀ ਹੀ ਹੁੰਦੀ ਹੈ, ਉਹਨਾਂ ਆਪਾਂ ਐਕਟੀਨੋਮੋਰਫਿਕ ਬੋਲਦੇ ਹਾਂ, ਠੀਕ ਹੈ। ਫਿਰ ਅੱਗੇ ਜ਼ਾਈਗੋਮੋਰਫਿਕ, ਜ਼ਾਈਗੋਮੋਰਫਿਕ ਦਾ ਸਿੰਬਲ ਕਿਹੜਾ ਆ? ਪਰਸੈਂਟੇਜ ਦਾ, ਐਦਾਂ ਵਾਲਾ, ਠੀਕ ਹੈ, ਜਾਂ ਫਿਰ ਆਹ ਵਾਲਾ, ਆਹ ਵਾਲਾ, ਠੀਕ ਹੈ ਜੀ। ਆਹ ਇਹਦੇ ਸਿੰਬਲ ਹੈਗੇ। ਜਾਂ ਕਹਿ ਲਓ ਕਿ ਹਾਂ, ਕਿਸੇ ਪਲੇਨ ਤੋਂ ਕੱਟ ਕਰੀਏ ਤਾਂ ਆਪਾਂ ਨੂੰ ਅਲੱਗ-ਅਲੱਗ ਪਾਰਟ ਮਿਲਦੇ ਆ। ਇਹਦੇ 'ਚ ਇੱਕ ਪਲੇਨ ਨੂੰ ਕੱਟ ਕਰੀਏ ਕਿ ਆਪਾਂ ਨੂੰ 2 ਇਕੁਅਲ ਹਾਫਸ ਮਿਲਦੇ ਆ, ਠੀਕ ਹੈ ਜੀ। ਜਿਵੇਂ ਆਪਾਂ ਬਾਈਲੇਟਰਲ ਤੇ ਰੇਡੀਅਲ ਸਿਮੈਟਰੀ ਨਹੀਂ ਪੜ੍ਹਦੇ, ਉਸ ਤਰੀਕੇ ਦੇ ਨਾਲ। ਹੁਣ ਬਾਈਸੈਕਸ਼ੁਅਲ ਦਾ ਮਤਲਬ ਕੀ ਹੈ? ਕਿ ਇਹਦੇ ਵਿੱਚ ਫੀਮੇਲ ਤੇ ਮੇਲ ਦੋਨੋਂ ਹੀ ਸੈਕਸ ਆਰਗਨ ਕੀ ਹੋਣਗੇ? ਪ੍ਰੈਜ਼ੈਂਟ ਹੋਣਗੇ। ਓਕੇ, ਬਾਈਸੈਕਸ਼ੁਅਲ। ਨੈਕਸਟ ਦੇਖੋ, ਯੂਨੀਸੈਕਸ਼ੁਅਲ। ਦੇਖੋ ਜੀ, ਯੂਨੀਸੈਕਸ਼ੁਅਲ ਦਾ ਮਤਲਬ ਕੀ ਹੈ? ਕਿ ਇਹਦੇ ਵਿੱਚ ਕੀ ਆ? ਸਿਰਫ ਮੇਲ ਪ੍ਰੈਜ਼ੈਂਟ ਕੀ ਹੋਏਗਾ? ਸਿਰਫ ਮੇਲ ਹੋਏਗਾ, ਠੀਕ ਹੈ, ਸਟਿਮੂਲੇਟ ਹੋਏਗਾ। ਜੇਕਰ ਆਰਗਨ ਪ੍ਰੈਜ਼ੈਂਟ ਹੋਇਆ ਤਾਂ ਮੇਲ ਪ੍ਰੈਜ਼ੈਂਟ ਹੋਏਗਾ। ਓਕੇ ਜੀ। ਹੁਣ ਯੂਨੀਸੈਕਸ਼ੁਅਲ ਫੀਮੇਲ ਦਾ ਮਤਲਬ ਕੀ? ਪਿਸਟੀਲੇਟ। ਜੇਕਰ ਇਹਦੇ 'ਚ ਆਰਗਨ ਪ੍ਰੈਜ਼ੈਂਟ ਹੋਇਆ ਤਾਂ ਉਹ ਕੀ ਹੋਏਗਾ? ਸਿਰਫ ਫੀਮੇਲ ਪ੍ਰੈਜ਼ੈਂਟ ਹੋਏਗਾ। ਇੱਥੇ ਤੱਕ ਸਮਝ ਆ ਗਈ ਸਭ ਨੂੰ? ਹੁਣ ਦੇਖੋ, ਐਪੀਕੈਲਕਸ। ਐਪੀਕੈਲਕਸ ਦਾ ਸਿੰਬਲ ਕੀ ਹੈ? EPI ਔਰ ਐਪਿਕ, ਠੀਕ ਹੈ ਜੀ। ਹੁਣ ਦੇਖੋ, ਕਾਇਲੈਕਸ। कैलक्स सैपल पैटल्स तुम पढ़ते हो ना, ठीक है जी। बाहर वाले स्ट्रक्चर को आप सैपल बोलते हैं, अंदर वाले स्ट्रक्चर को आप बोलते हैं पैटल्स बोलते हैं। ओके जी। देखो हम आप कैलक्स सैपल्स में आप कि रिप्रजेंट करते हैं? के दे नाल रिप्रजेंट करते हैं, ठीक है जी। हम क्या कहते हैं कि के दे ना बेस के विच की पाया होया? एन पाया होया। जेकर सिंपल एन है दैट मीनस कि फ्री फॉर्म, ये फ्री च एग्जिस्ट कर रहे हैं, ठीक है जी। कि एग्जिस्ट कर रहे हैं? फ्री फॉर्म च। जेकर ब्रैकेट में पाया होया ना एन, इनका मतलब कि फ्यूजड आ, की आ फ्यूजड आ। देखो फ्यूज में आप बोलते हैं गैमोसैपलस कंडीशन, तो फ्री कंडीशन आप बोलते हैं पॉलीसैपलस कंडीशन। ओके। देखो हम करोला की गल आ गई, करोला ना आप कि डिनोट करते हैं? सी दे नाल डिनोट करते हैं। जेकर सी दे पैर दे विच एन पाया, ठीक है, विदाउट ब्रैकेट वो की होगी? पॉलीपेटलस कंडीशन, ठीक है, मतलब कि फ्री आ, ठीक है जी। की आ? फ्री आ। हुण देखो जेकर ब्रैकेट दे विच एन हैगा, ये मतलब कि गैमोपेटलस कंडीशन मीनस वो की आ? फ्यूज्ड आ। ओके, अंडरस्टैंड। आई होप यू तुसीं की सारे समझ गए होगे। ओके, नाउ कम टू आवर नेक्स्ट पॉइंट, दैट इज पेरियंथ, ठीक है जी। पेरियंथ नूं आपां किहदे नाल डिनोट करते हैं? पी दे नाल डिनोट करते हैं। उही गल, जे एन हैगा मतलब कि पॉलीफेलस आ, ठीक है जी। पॉलीटैप्लॉइड कंडीशन आ, देख नहीं रहा है, ठीक है जी। हुण देखो आखिर गैमोपैलस आ या फिर गैमोटैप्लॉइड कंडीशन। देखो राजी, एक हुंदा सैपल, एक हुंदा पैटल्स, एक हुंदा टैपल, ठीक है। जिन्हां नूं आपां सैपल ते
ਪੈਟਲਸ ਨੂੰ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ, ਠੀਕ ਹੈ ਜੀ। ਜਿਨ੍ਹਾਂ ਨੂੰ ਆਪਾਂ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ ਉਹਨਾਂ ਕੀ ਬੋਲਦੇ ਆ, ਆਪਾਂ ਟੈਪਲਸ ਬੋਲਦੇ ਆ। ਓਕੇ ਜੀ। ਹੁਣ ਦੇਖੋ ਜੇਕਰ ਟੈਪਲ ਫ੍ਰੀ ਆ ਤਾਂ ਉਹਨਾਂ ਦੇ ਪੀ ਦੇ ਬੇਸ ਕੀ ਹੋਏਗਾ, ਐਨ ਹੋਏਗਾ। ਜੇਕਰ ਟੈਪਲ ਕੀ ਆ ਫਿਊਜ਼ਡ ਆ ਤਾਂ ਪੀ ਦੇ ਪੈਰ ਵਿੱਚ ਐਨ ਤਾਂ ਹੋਏਗਾ ਬਟ ਬ੍ਰੈਕਟ ਦੇ ਵਿੱਚ ਹੋਏਗਾ, ਇਹਦਾ ਮਤਲਬ ਕੀ ਫਿਊਜ਼ਡ ਕੰਡੀਸ਼ਨ। ਓਕੇ ਜੀ, ਇਹ ਕੀ ਆ ਫਿਊਜ਼ਡ ਕੰਡੀਸ਼ਨ। ਡਨ। ਹੁਣ ਆ ਗਿਆ ਜੀ ਐਂਡਰੋਸ਼ਨ, ਠੀਕ ਹੈ ਜੀ। ਐਂਡਰੋਸ਼ਨ ਆਪਾਂ ਇਹ ਨਾ ਜਿਹਨੇ ਕਰਦੇ ਆ, ਠੀਕ ਹੈ, ਮੇਲ ਰੀਪਰੋਡਕਟਿਵ ਆਰਗਨ ਕਹਿ ਲਓ ਤੁਸੀਂ। ਹੁਣ ਐਂਡਰੋਸ਼ਨ ਦੇ ਜੇਕਰ ਬੇਸ ਦੇ ਵਿੱਚ ਐਨ ਪਾਇਆ ਵਿਦਾਊਟ ਬ੍ਰੈਕਟ, ਇਹਦਾ ਮਤਲਬ ਕੀ ਹੈ ਪੋਲੀ ਐਂਡਰਸ ਕੰਡੀਸ਼ਨ ਆ। ਪੋਲੀ ਐਂਡਰਸ ਕੰਡੀਸ਼ਨ ਆ ਮੀਨਸ ਵਿਦਾਊਟ ਫਿਊਜ਼ਨ, ਠੀਕ ਹੈ ਜੀ। ਹੁਣ ਜੇਕਰ ਪੈਰ ਦੇ ਵਿੱਚ ਉਹਨੇ ਐਨ ਪਾਇਆ ਵਿਦ ਬ੍ਰੈਕਟ, ਦੈਟ ਮੀਨਸ ਕੀ ਆ ਫਿਊਜ਼ਡ ਕੰਡੀਸ਼ਨ ਆ। ਬਟ ਫਿਊਜ਼ ਕੰਡੀਸ਼ਨ ਕੀ ਦੀ ਹੈਲਪ ਨਾਲ ਆ, ਕੋਹੈਂਸਨ ਦੀ ਹੈਲਪ ਦੇ ਨਾਲ ਆ। ਡਨ। ਨੈਕਸਟ ਦੇਖੋ ਗਾਇਨੋਸ਼ੀਆ। ਗਾਇਨੋਸ਼ੀਆ ਆਪਾਂ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਜੀ, ਜੀ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਜੇਕਰ ਜੀ ਦੇ ਬੇਸ ਦੇ ਵਿੱਚ ਐਨ ਪਾਇਆ ਵਿਦਾਊਟ ਬ੍ਰੈਕਟ, ਦੈਟ ਮੀਨਸ ਕੀ ਹੈ ਐਪੋਕਾਰਪਸ ਕੰਡੀਸ਼ਨ ਹੈ। ਐਪੋਕਾਰਪਸ ਦਾ ਮਤਲਬ ਕੀ ਹੈ ਕਿ ਵਿਦਾਊਟ ਫਿਊਜ਼ਨ। ਓਕੇ, ਐਪੋ ਕੰਡੀਸ਼ਨਸ ਦਾ ਐਪੋਕਾਰਪਸ ਕੰਡੀਸ਼ਨ ਦਾ ਮੀਨਸ ਕੀ ਹੈ ਕਿ ਵਿਦਾਊਟ ਇਨਫਿਊਜ਼ਨ। ਹੁਣ ਜੇਕਰ ਜੀ ਦੇ ਪੈਰ ਦੇ ਵਿੱਚ ਐਨ ਪਾਇਆ ਵਿਦ ਬ੍ਰੈਕਟ, ਦੈਟ ਮੀਨਸ ਕੀ ਹੈ ਸਿਨਕਾਰਪਸ ਕੰਡੀਸ਼ਨ ਮੀਨਸ ਫਿਊਜ਼ਡ ਕੰਡੀਸ਼ਨ। ਦੇਖੋ ਰਾਜੇ ਜਿੱਥੇ ਤੁਹਾਨੂੰ ਬ੍ਰੈਕਟ ਦੇ ਵਿੱਚ ਐਨ ਦੇਖਣ ਨੂੰ ਮਿਲ ਜਾਏ, ਚਾਹੇ ਉਹ ਏ ਆ, ਚਾਹੇ ਉਹ ਜੀ ਆ, ਚਾਹੇ ਉਹ ਸੀ ਆ, ਚਾਹੇ ਉਹ ਕੇ ਆ, ਦੈਟ ਮੀਨਸ ਕਿ ਉੱਥੇ ਫਿਊਜ਼ਨ ਦੀ ਗੱਲ ਹੋ ਰਹੀ ਹੈ, ਠੀਕ ਹੈ ਜੀ। ਉੱਥੇ ਕਿਹੜੀ ਗੱਲ ਹੋ ਰਹੀ ਹੈ, ਫਿਊਜ਼ਨ ਦੀ ਗੱਲ ਹੋ ਰਹੀ ਹੈ। ਦੇਖੋ ਰਾਜੇ ਸੁਪੀਰੀਅਰ ਓਵਰੀ, ਹੁਣ ਓਵਰੀ ਨੂੰ ਆਪਾਂ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਜੀ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਸੁਪੀਰੀਅਰ ਦਾ ਮਤਲਬ ਕੀ ਹੈ ਕਿ ਉੱਪਰ ਹੋਏਗੀ, ਠੀਕ ਹੈ। ਜੋ ਵੀ ਪਾਰਟ ਹੋਣਗੇ ਬਾਕੀ ਉਹ ਸਾਰੇ ਨੀਚੇ ਹੋਣਗੇ ਤੇ ਓਵਰੀ ਤੁਹਾਡੀ ਕੀ ਹੋਏਗੀ, ਉੱਪਰ ਹੋਏਗੀ। ਹੁਣ ਕਹਿੰਦੇ ਨੇ ਇਨਫੀਰੀਅਰ ਓਵਰੀ, ਇਨਫੀਰੀਅਰ ਓਵਰੀ ਦਾ ਮਤਲਬ ਕੀ ਆ ਕਿ ਨੀਚੇ ਹੋਏਗੀ, ਜਿਹੜੇ ਬਾਕੀ ਤੁਹਾਡੇ ਪਾਰਟ ਓਰੀਜੀਨੇਟ ਹੋ ਰਹੇ ਹੋਣਗੇ ਉਹ ਉੱਪਰ ਹੋ ਰਹੇ ਹੋਣਗੇ। ਓਕੇ, ਓਵੇਰੀ ਹਾਫ ਇਨਫੀਰੀਅਰ ਹਾਫ ਸੁਪੀਰੀਅਰ, ਇਹਦਾ ਮਤਲਬ ਕੀ ਹੈ ਕਿ ਜਿਹੜੀ ਤੁਹਾਡੀ ਓਵੇਰੀ ਹੋਏਗੀ ਨਾ ਉਹ ਇੰਟਰਮੀਡੀਏਟ ਹੋਏਗੀ, ਨਾ ਤਾਂ ਉੱਪਰ ਨਾ ਤਾਂ ਨੀਚੇ, ਵਿਚਕਾਰ ਜੀ ਹੋਏਗੀ, ਠੀਕ ਹੈ ਜੀ। ਇੱਕ ਨਾ ਤੁਹਾਡੀ ਕੋਹੈਂਸਨ ਤੇ ਐਡਹੈਂਸਿਵ ਫੋਰਸ, ਠੀਕ ਹੈ ਜੀ। ਸੌਰੀ, ਉਹ ਆਪਾਂ ਫਿਜ਼ਿਕਸ 'ਚ ਗੱਲ ਕਰਦੇ ਹਾਂ, ਫਿਜ਼ਿਕਸ ਕੈਮਿਸਟਰੀ ਵਿੱਚ ਗੱਲ ਕਰਦੇ ਹਾਂ। ਆਹ ਤੁਹਾਨੂੰ ਮੈਂ PDF ਭੇਜ ਦੂੰਗੀ ਜੀ ਗਰੁੱਪ ਦੇ ਵਿੱਚ, ਟੈਲੀਗ੍ਰਾਮ ਗਰੁੱਪ ਦੇ ਵਿੱਚ, ਠੀਕ ਹੈ। ਸੋ ਥੈਂਕ ਯੂ ਜਿਨ੍ਹਾਂ ਨੇ ਇਸ ਸੈਸ਼ਨ ਨੂੰ ਅਟੈਂਡ ਕਰਿਆ। ਬਾਕੀ ਜੇਕਰ ਕਲਾਸ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਜੀ। ਓਕੇ, ਬਸ ਹੋਰ ਕੁਝ ਨਹੀਂ, ਥੋੜ੍ਹੀ ਜਿਹੀ ਸਪੋਰਟ ਮਿਲ ਜਾਂਦੀ ਹੈ, ਮਨ ਵੀ ਕਰਦਾ ਕਿ ਹਾਂ ਚੱਲ ਕੋਈ ਨਹੀਂ ਕਲਾਸ ਬਣਾ ਕੇ ਪਾ ਦਿਆ। ਬਾਕੀ ਇੱਕ ਮੈਨੂੰ ਤੁਸੀਂ ਦੱਸ ਦੇਣਾ ਟੈਲੀਗ੍ਰਾਮ ਗਰੁੱਪ ਦੇ ਵਿੱਚ ਆਪਾਂ ਟਾਈਮਿੰਗ ਕਿੰਨੇ ਦੀ ਰੱਖੀਏ, ਠੀਕ ਹੈ ਜੀ। ਮੇਰੇ ਅਕੋਰਡਿੰਗ ਤਾਂ ਦੇਖੋ ਮੈਨੂੰ ਟਾਈਮ ਨਾ ਆਫਟਰ 10 ਵਜੇ ਤੱਕ ਹੀ ਮੈਂ ਫ੍ਰੀ ਹੁੰਦੀ ਹਾਂ, ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਕਲਾਸ ਨੂੰ ਰਿਕਾਰਡ ਕਰਨ ਦਾ ਮੇਰੇ ਕੋਲ ਟਾਈਮ ਮਿਲਦਾ। ਆਪਾਂ ਟਾਈਮ ਅਪਲੋਡ ਕਰਨ ਦਾ ਟਾਈਮ ਫਿਕਸ ਰੱਖਦੇ ਹਾਂ ਤਾਂ ਜੋ ਪ੍ਰੀਮੀਅਰ ਜੋ ਚੱਲੇ ਨਾ ਤੁਸੀਂ ਐਜ਼ ਏ ਲਾਈਵ ਅਟੈਂਡ ਕਰ ਪਾਓ। ਓਕੇ, ਮੇਰੇ ਕੋਲ ਤਾਂ 9:30 ਠੀਕ ਆ ਜਾਂ ਫਿਰ 9 ਵੀ ਠੀਕ ਆ, ਕਿਉਂਕਿ ਨਾ ਫੀਮੇਲ ਨੂੰ ਘਰ ਦਾ ਕੰਮ ਕਰਨਾ ਪੈਂਦਾ, ਸੋ ਉਹਨਾਂ ਬਾਰੇ ਵੀ ਸੋਚਣਾ। 9:30 ਮੇਰੇ ਅਕੋਰਡਿੰਗ ਠੀਕ ਹੈ। ਫਿਰ ਵੀ ਤੁਹਾਨੂੰ ਕੁਝ ਲੱਗੇ ਨਾ ਤਾਂ ਤੁਸੀਂ ਮੈਨੂੰ ਦੱਸ ਦੇਣਾ। ਥੈਂਕ ਯੂ ਅਗੇਨ ਜਿਨ੍ਹਾਂ ਨੇ ਵੀ ਅਟੈਂਡ ਕਰਿਆ। ਬਾਕੀ ਤੁਹਾਨੂੰ PDF ਮਿਲ ਜਾਏਗੀ, ਡੋਂਟ ਵਰੀ ਅਬਾਊਟ ਦੈਟ। ਓਕੇ, 28 minutes. Okay, I'm going to stop your lecture.